PTC ਨੈਟਫਲਿਕਸ ਦੇ ਮੁੱਦਾ ਤੇ ਅੱਜ ਦੇ ਐਪੀਸੋਡ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ। ਜੋ ਮੌਜੂਦਾ ਹਾਲਾਤ ਇਸ ਵੇਲੇ ਅਮਰੀਕਾ 'ਚ ਚੱਲ ਰਹੇ ਨੇ, ਜਿਹਦੇ ਵਿੱਚ ਮੌਸਮੀ ਤਬਦੀਲੀ ਮਾੜੇ ਹਾਲਾਤ ਨਾਲੋਂ ਕਨਫਿਊਜ਼ਨ ਦਾ ਜ਼ਿਆਦਾ ਵੱਡਾ ਕਾਰਨ ਬਣ ਰਹੀ ਹੈ। ਪਿਛਲੇ ਸਾਲਾਂ ਦੇ ਵਿੱਚ ਇਸ ਸਮੇਂ ਦੌਰਾਨ ਦਸੰਬਰ ਦੇ ਐਂਡ ਤੱਕ ਆਮ ਤੌਰ 'ਤੇ ਸਨੋ ਹੋਇਆ ਕਰਦੀ ਸੀ, ਕਈ ਵਾਰ ਗੋਡੇ ਗੋਡੇ ਸਨੋ ਵੀ ਰਹੀ ਹੈ। ਔਰ ਮੌਜੂਦਾ ਹਾਲਾਤ ਇਹ ਨੇ ਕਿ ਅਕਤੂਬਰ 'ਚ ਪਈ ਇੱਕ ਸਨੋ ਦੇ ਬਾਅਦ ਪੂਰੇ ਈਸਟ ਕੋਸਟ ਦੇ ਵਿੱਚ ਕਿਤੇ ਸਨੋ ਦਾ ਨਾਮ ਨਿਸ਼ਾਨ ਨਹੀਂ ਹੈ। ਔਰ ਤੀਸਰੇ ਦਿਨ ਬਾਰਿਸ਼ ਪੈ ਰਹੀ ਹੈ, ਤਾਂ ਜਿਹੜੇ ਬੂਟੇ ਫਰੀਜ਼ ਹੋਏ ਹੋਣੇ ਸੀ ਉਹ ਨਵੇਂ ਸਿਰੋਂ ਖਿੜਨੇ ਸ਼ੁਰੂ ਹੋ ਗਏ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦੀ ਸਿਹਤ ਜਿਹੜੀ ਹੈ ਉਹ ਵੀ ਨਵੇਂ ਚੈਲੰਜਸ ਦਾ ਸਾਹਮਣਾ ਕਰ ਰਹੀ ਹੈ। ਜਿਹੜੇ ਜਰਮ ਸਰਦੀ ਕਰਕੇ ਮਰਦੇ ਉਹ ਮਰੇ ਨਹੀਂ ਹੈ, ਹਵਾ ਦੇ ਵਿੱਚ ਮੱਛਰ ਤੱਕ ਮੌਜੂਦ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕੀ ਤੁਹਾਡੀ ਸਿਹਤ ਨੂੰ ਚੈਲੰਜ ਆ ਸਕਦੇ ਨੇ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਡਾਕਟਰ ਸੁਨੀਲ ਮਹਿਰਾ ਸਾਡੇ ਨਾਲ ਇੱਕ ਵਾਰ ਫਿਰ ਮੌਜੂਦ ਨੇ, ਜਿਨ੍ਹਾਂ ਨੇ ਬੀਤੇ ਦਿਨ ਸਾਨੂੰ ਬਹੁਤ ਇੰਪੋਰਟੈਂਟ ਐਡਵਾਈਸ ਦਿੱਤੀ ਸੀ। ਔਰ ਖਾਸ ਤੌਰ 'ਤੇ ਲੰਗਸ ਦੇ ਸਪੈਸ਼ਲਿਸਟ ਨੇ ਔਰ ਛਾਤੀ ਦੇ ਸਪੈਸ਼ਲਿਸਟ ਨੇ। ਤੇ ਡਾਕਟਰ ਸਾਹਿਬ, ਪਹਿਲਾਂ ਤਾਂ ਮੈਨੂੰ ਇਹ ਦੱਸੋ, ਥੈਂਕ ਯੂ ਵੈਰੀ ਮਚ ਫॉर ਸਟੇਇੰਗ ਵਿਦ ਅਸ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਇਸ ਸਾਲ ਦੇ ਪਰਟੀਕੂਲਰ ਵੈਦਰ ਨੂੰ ਦੇਖ ਕੇ ਪਿਛਲੇ ਸਾਲਾਂ ਦੇ ਕੰਪੈਰੀਜ਼ਨ 'ਚ ਕਿਹੜੀਆਂ ਚੀਜ਼ਾਂ ਲੱਗ ਰਹੀਆਂ ਨੇ ਕਿ ਆ ਚੀਜ਼ ਮਾੜੀ ਹੈ? ਆਈ ਥਿੰਕ ਬੜਾ ਸਪੈਸ਼ਲੀ ਮੇਰੇ ਫੀਲਡ 'ਚ ਵੀ ਆਰ ਸੀਇੰਗ ਲੋਟ ਆਫ ਪੇਸ਼ੈਂਟਸ ਜਿਹੜੇ ਕਿ ਦੇ ਕਮਿੰਗ ਵਿਦ ਬੈਡ ਕੋਲਡਸ ਕੰਪੈਰੀਜ਼ਨ ਪਿਛਲੇ ਸਾਲਾਂ ਨਾਲੋਂ, ਬਿਕਾਜ਼ ਆਫ ਦ ਚੇਂਜਿੰਗ ਵੈਦਰ। ਇੱਕ ਦਿਨ ਟੈਂਪਰੇਚਰ 57, ਨੈਕਸਟ ਇਜ਼ 30s। ਸੋ ਦ people 20 डिग्री का फर्क डेली पै रहा। people have no idea कि मैं overcoat पा के जावा, मैं turban पावा, मैं muffler लवा, so that causing their immunity to go down and they're getting very prone to lot of viral infections। especially ਜਿਹੜੇ ਮਰੀਜ਼ ਜਿਨ੍ਹਾਂ ਨੂੰ underlying ਕੋਈ medical conditions ਨਹੀਂ ਹੈ, diabetes, heart disease, ਉਹ ਫਲੇਅਰ ਹੋ ਜਾਂਦੀਆਂ, so they are more prone to get these viruses and then they get secondary bacterial infection। so I think flu has started already, ਜਿਹੜਾ ਕਿ ਸਮਰ 'ਚ ਹੋਣਾ ਚਾਹੀਦਾ ਸੀ। ਹਾਂ, ਤੇ ਇਸ ਵਕਤ ਨਾਰਮਲੀ ਪੀਕ ਕਰਨਾ ਸ਼ੁਰੂ ਹੋ ਰਿਹਾ ਹੈ। ਸੋ ਫਰਮ ਅਕਤੂਬਰ ਔਨਵਰਡਸ ਨਿਊਯਾਰਕ ਸਿਟੀ ਆਲਮੋਸਟ 3000 ਤੋਂ ਜ਼ਿਆਦਾ ਮਰੀਜ਼ ਹੋ ਚੁੱਕੇ ਨੇ। ਸੋ ਇਟ ਇਜ਼ ਗੈਟਿੰਗ ਵਰਸ। ਪਿਛਲੇ ਸਾਲਾਂ 'ਚ ਕਿੰਨੀ ਐਵਰੇਜ ਸੀ? ਪਿਛਲੇ ਸਾਲ ਵਾਸ ਵਨ ਆਫ ਦ ਵਰਸਟ ਈਅਰਸ। ਓਕੇ, ਇਟ ਹੈਜ਼ ਆਲਮੋਸਟ 690,000 ਪੀਪਲ ਗਾਟ ਇਟ, ਪਰ ਇਸ ਵਾਰ 3000 ਹੋ ਗਏ ਨੇ ਆਲਰੇਡੀ, ਯੂ ਨੋ। ਸੋ ਇਟ ਇਜ਼ ਗੋਇੰਗ ਟੂ ਗੋ ਟਿਲ ਅਪ੍ਰੈਲ। ਸੋ 700 ਦੇ ਕੰਪੈਰੀਜ਼ਨ 'ਚ 3000 ਮਰੀਜ਼। ਸੋ ਇਟਸ ਗੋਇੰਗ ਟੂ ਗੈਟ ਵਰਸ, much worse as compared to previous years। ਪਿਛਲੇ ਸਾਲ ਦਾ ਕਿਉਂਕਿ ਸਾਡਾ ਇੰਜੈਕਸ਼ਨ ਵਾਸ ਨਾਟ ਇਫੈਕਟਿਵ 19 ਵੀਕ ਹੀ। ਇਸ ਸਾਲ ਲੱਕੀਲੀ ਜਿਹੜਾ ਫਲੂ ਇੰਜੈਕਸ਼ਨ ਗਵਰਨਮੈਂਟ ਨੇ ਕੀਤਾ ਸੀਗਾ, it is going to be 60-65% effective in most of the people। so I think flu is one thing we should try to avoid, especially ਜਿਹੜੇ ਬੰਦੇ ਨੂੰ underlying ਕੋਈ kidney disease ਹੈ, diabetes ਹੈ, coronary artery disease ਹੈ, patient is on prednisone, chemotherapeutic agents there, young pregnant ladies। so these are few people who should be aggressively going to the doctor or clinics and get the flu shots। okay, so ਇਹ ਇੰਪੋਰਟੈਂਟ ਚੀਜ਼ ਹੈ ਸਭ ਤੋਂ ਪਹਿਲੀ। ਦੂਸਰੀ, ਤੁਸੀਂ ਹਵਾ ਦੀ ਹਾਲਤ ਦੇਖ ਰਹੇ ਹੋ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਮੌਜੂਦਾ ਸਮੇਂ ਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ ਮੌਸਮ ਦੇ ਵਿੱਚ ਹਵਾ ਦੇ? I think as you mentioned, because of the alternating temperatures, you're seeing blooming and allergy is more common। everybody's coming with sneezing, running nose and everything। and we have what we call cold induced asthma। but ਜਿਸ ਦਿਨ temperature 38 ਹੁੰਦਾ, room temperature ਫਿਰ 70-72 ਰੱਖਦੇ ਆ। so one precaution you can take is people who have underlying asthma, they get cold induced asthma, ਠੰਡੀ ਹਵਾ ਦੇ ਨਾਲ। ਤੇ ਜਦੋਂ ਤੁਸੀਂ ਆਪਣੇ ਘਰੋਂ ਬਾਹਰ ਨਿਕਲੋ, ਪਹਿਲੇ 10-12 ਮਿੰਟ ਸਕਾਰਫ ਦੇ ਨਾਲ ਆਪਣੇ ਨੋਜ਼ ਤੇ ਲਿਪਸ ਨੂੰ ਰੱਖੋ, ਤਾਂ ਕਿ ਯੂ ਡੋਂਟ ਬਰੀਥ ਕੋਲਡ ਏਅਰ। ਤੁਸੀਂ ਵਾਰਮ ਏਅਰ ਬਰੀਥ ਕਰੋਗੇ, ਉਹਨਾਂ ਨਾਲ ਐਸਮਾ ਦੇ ਚਾਂਸਸ ਘੱਟ ਹੋਣਗੇ। ਓਕੇ, ਸੋ ਅਸੀਂ ਝਟਕਾ ਦੇ ਰਹੇ ਹਾਂ ਆਪਣੇ ਸਰੀਰ ਨੂੰ ਜਦੋਂ ਅਸੀਂ ਗਰਮ ਹਵਾ 'ਚੋਂ ਬਾਹਰ ਠੰਡੀ ਜਾਂਦੇ ਹਾਂ, ਪਰ ਇਹ ਸਿਚੁਏਸ਼ਨ ਤੇ ਹਰ ਸਰਦੀ 'ਚ ਹੁੰਦੀ ਹੈ। ਸੋ ਇਸ ਵਾਰ ਜ਼ਿਆਦਾ ਮਾੜੀ ਕਿਉਂ ਆ? Because of the extremes of weather changing very frequently। Okay, ਇੱਕ ਦਿਨ ਗਰਮ ਰਹੇ ਤੇ ਦੂਸਰੇ ਦਿਨ ਠੰਡਾ। Every other day you're seeing the dips and the rise। that is very। ਸੋ ਮੈਨੂੰ ਨਹੀਂ ਲੱਗਦਾ ਕਿ ਇਨਸਾਨੀ ਸਰੀਰ 20 ਡਿਗਰੀ ਦੇ ਚੇਂਜ ਰੋਜ਼ਾਨਾ ਲੈਣ ਵਾਸਤੇ ਬਣਿਆ। No, it's not। it takes time to adapt to a change। ਅਸੀਂ ਆਮ ਐਗਜ਼ਾਮਪਲ ਸੁਣਨੇ ਆ, ਜਦੋਂ ਇੰਡੀਆ ਦੇ ਸਭ ਤੋਂ ਮਹਿੰਗੇ ਵਾਰ ਫੀਲਡ ਦੀ ਸਿਆਚਿਨ ਦੇ ਵਿੱਚ ਜਾਂਦੇ ਜਿਹੜੇ ਫੌਜੀਆਂ ਦੀ ਗੱਲ ਕਰਦੇ ਆ, ਤਾਂ ਉਹ ਪਹਿਲਾਂ ਉਹਨਾਂ ਨੂੰ ਇੱਕ ਲੈਵਲ ਹੇਠਾਂ ਪਹਾੜਾਂ ਦੇ ਵਿੱਚ ਬਰਫ਼ ਦੇ ਵਿੱਚ ਰੱਖ ਕੇ 15-20 ਦਿਨ ਐਕਲੀਮੇਟਾਈਜ਼ ਕੀਤਾ ਜਾਂਦਾ ਆ, ਤਾਂ ਕਿ ਉਹਨਾਂ ਨੂੰ ਸਰੀਰ ਨੂੰ ਆਦਤ ਪੈ ਜਾਵੇ ਘੱਟ ਆਕਸੀਜਨ ਦੀ ਔਰ ਠੰਡ ਦੀ। ਸੋ ਉਹ ਸਿਚੁਏਸ਼ਨ ਸਾਡੀ ਬੋਡੀ ਹੁਣ ਡੇਲੀ ਫੇਸ ਕਰਨ ਲੱਗ ਗਈ ਆ ਐਟ ਲੋਕਲ ਲੈਵਲ। ਨਾਟ ਐਗਜ਼ੈਕਟਲੀ ਦ ਸੇਮ ਸਿਚੁਏਸ਼ਨ, ਪਰ ਸ਼ੌਕਸ ਜਿਹੜੇ ਨੇ। ਹਾਂਜੀ, ਕਿਉਂਕਿ ਲਾਈਕ ਐਜ਼ ਯੂ ਮੈਂਸ਼ਨ ਸਿਆਚਿਨ, ਦੈਟਸ ਵਾਟ ਯੂ ਕਾਲ ਹਾਈ ਆਲਟੀਟਿਊਡ ਪਲਮੋਨਰੀ edema। the people who go sudden rise, there's all atmospheric pressures are different। so that is very different। but here at local level, ਪਰ ਉਹਦੀ ਵੀ ਆਦਤ ਬਣਾਉਣੀ ਪੈਂਦੀ ਬੋਡੀ ਨੂੰ। you have to acclimatize। so ਸਾਡੀ ਬੋਡੀ ਯੂਜ਼ਡ ਟੂ ਨਹੀਂ ਹੈ 20 ਡਿਗਰੀ ਦੇ ਚੇਂਜ ਦੀ। we shouldn't be। we should be cautious and very careful।
ਓਕੇ, ਡਾਕਟਰ ਸਾਹਿਬ ਨੇ ਕੱਪੜਿਆਂ ਦੀ ਗੱਲ ਕਰ ਦਿੱਤੀ ਹੈ, ਔਰ ਜਿਹੜੀ ਅਸੀਂ ਲਗਾਤਾਰ ਦੇਖਦੇ ਹਾਂ ਕਿ ਹਵਾ ਦੇ ਵਿੱਚ ਆਈ ਹੋਈ ਅਲਰਜੀ, ਇੱਕ ਐਗਜ਼ਾਮਪਲ ਸਾਰੇ ਦਰਸ਼ਕਾਂ ਨੇ ਇਸ ਵੇਲੇ ਦੇਖੀ ਹੋਣੀ ਹੈ, ਕਿਉਂਕਿ ਤੁਸੀਂ ਸਾਰਿਆਂ ਦੇ ਘਰਾਂ ਦੇ ਵਿੱਚ ਹਰਿਆਲੀ ਹੈਗੀ ਆ। ਇਸ ਵੇਲੇ ਤੱਕ ਬੂਟੇ ਬਿਲਕੁਲ ਸੜ ਕੇ ਖਾਲੀ ਹੋ ਚੁੱਕੇ ਹੁੰਦੇ ਸੀਗੇ, ਔਰ ਜਿਹੜੀ ਨਵੀਂ ਗਰੋਥ ਹੈ ਉਹ ਸਪਰਿੰਗ ਸੀਜ਼ਨ ਦੇ ਵਿੱਚ ਹੁੰਦੀ ਹੈ, ਅਰਾਊਂਡ ਮਾਰਚ ਅਪ੍ਰੈਲ, ਜਦੋਂ ਤੁਸੀਂ ਤੁਹਾਡੇ ਪੁਰਾਣੇ ਉੱਗੇ ਹੋਏ ਬੂਟਿਆਂ ਦੇ ਬਲਬ ਦੁਬਾਰਾ ਖਿੜਨੇ ਸ਼ੁਰੂ ਹੁੰਦੇ ਨੇ। ਪਰ ਇਸ ਵਾਰੀ ਉਹ ਬਲਬ ਜਾਂ ਉਹ ਬੂਟੇ ਜਿਹੜੇ ਸੜੇ ਸੀਗੇ ਉਹ ਦੁਬਾਰਾ ਖਿੜ ਗਏ ਨੇ, ਤੁਹਾਡੇ ਸੁੱਕੇ ਹਰੇ ਦਰਖਤਾਂ ਦੇ ਉੱਤੇ ਹਰੀਆਂ ਹਰੀਆਂ ਕੋਪਲਾਂ ਆ ਰਹੀਆਂ ਨੇ। ਉਹਦਾ ਨਤੀਜਾ ਡਾਕਟਰ ਸਾਹਿਬ ਦੇ ਕਹਿਣ ਦੇ ਮੁਤਾਬਕ ਇਹ ਹੈ ਕਿ ਹਵਾ ਦੇ ਵਿੱਚ ਪਰਾਗ ਵੀ ਹੈਗਾ, ਸੋ ਉਹ ਅਲਰਜੀਜ਼ ਜਿਹੜੀਆਂ ਨੇ ਗੈਟਿੰਗ ਮੋਰ ਕਾਮਨ। ਔਰ ਇੱਕ ਹੋਰ ਇੰਪੋਰਟੈਂਟ ਅਲਰਜੀ ਜਿਹੜੀ ਕਿ ਹਰ ਵਿੰਟਰ 'ਚ ਹੁੰਦੀ ਹੈ, ਤੇ ਇਸ ਵਿੰਟਰ ਵਿੱਚ ਜ਼ਿਆਦਾ ਹੁੰਦੀ ਕਿਉਂਕਿ ਵੀ ਲਿਵਡ ਇਨ ਅ ਕਲੋਜ਼ ਐਨਵਾਇਰਨਮੈਂਟ। ਹਾਂਜੀ, ਆਪਾਂ ਵਿੰਡੋਜ਼ ਬਿਲਕੁਲ ਬੰਦ ਰੱਖਦੇ ਹਾਂ। ਹਾਂਜੀ, ਸੋ ਵੀ ਹੈਵ ਟੂ ਹੈਵ environmental control, carpeting, dusting, curtains, the dust. So we should be very, very careful indoor. Tiji, dryness, क्योंकि heat है जो centrally heated area, that dries up our airways, dehydration, and it prevents take that immunity away from our mucociliary clearance. तो वो चीज़ें avoid करनी चाहिए because that makes us prone to infection or allergies. ਸੋ ਜਿਹੜਾ ਘਰਾਂ ਦੇ ਵਿੱਚ ਚੱਲ ਰਹੀ ਹੀਟ ਹੈ ਤਾਂ ਉੱਥੇ ਹਿਊਮਿਡੀਫਾਇਰ ਦੀ ਜ਼ਰੂਰਤ ਹੈ। ਵੈਰੀ ਵੈਰੀ ਇੰਪੋਰਟੈਂਟ, ਸਪੈਸ਼ਲੀ ਐਨੀ ਕਿਡ ਹੂ ਹੈਜ਼ ਐਨੀ ਪਲਮਨਰੀ ਡਿਜ਼ੀਜ਼, ਉਹਨਾਂ ਦੇ ਘਰ ਜ਼ਰੂਰ ਹਿਊਮਿਡੀਫਾਇਰ ਜ਼ਰੂਰ। ਛਾਤੀ ਨਾਲ ਸੰਬੰਧਿਤ ਕੋਈ ਵੀ ਪ੍ਰੋਬਲਮ ਹੈਗੀ ਹੈ ਤਾਂ ਆਈਡੀਅਲੀ ਯੈਸ। ਅੰਦਾਜ਼ਾ ਜੇ ਦੇਖਿਆ ਜਾਏ ਤਾਂ ਕਿਸ ਲੈਵਲ ਤੇ ਮੋਇਸਚਰ ਦੀ ਮੇਨਟੇਨੈਂਸ ਜ਼ਰੂਰੀ ਹੈ, ਔਰ ਹਿਊਮਿਡੀਫਾਇਰ ਜਿਹੜਾ ਉਸ ਰੈਗੂਲੇਟਰ ਦੀ ਇਨਫੋਰਮੇਸ਼ਨ ਦੇਣ ਵਾਲਾ ਹੋਣਾ ਚਾਹੀਦਾ ਹੈ। ਹੀਟਿੰਗ जो लोग की लाइक ओल्डर पर्सन 72, 74, 75, आई लाइक टू बी 68, 69 डिग्री टेंपरेचर ज़्यादा नहीं रखना चाहिए मोस्ट ऑफ द टाइम। ਤੁਸੀਂ ਇੱਕ ਕੱਪੜਾ ਫालतू ਪਾ ਲਓ, ਲੱਗਦਾ ਹੈ ਜ਼ਰੂਰਤ ਹੈਗੀ ਤਾਂ ਹਾਂ ਦੈਟਸ ਬੈਟਰ, ਕਿਉਂਕਿ ਹੀਟ ਚ ਨਹੀਂ ਕਰਾਇਆ ਜਾਂਦਾ, ਇਟ ਡਰਾਈਜ਼ ਅਪ ਯੂਰ ਸਿਕ੍ਰੀਸ਼ਨਸ, ਪੀਪਲ ਆਰ ਵੇਕਿੰਗ ਅਪ ਸਨੋਰਿੰਗ, blockage of the nose, then gradually then they get secondary infections, so then which goes down to ਸਾਨੂੰ ਜੋ ਫੈਸਿਲਿਟੀ ਮਿਲਦੀ ਹੈ ਅਸੀਂ ਢੀਠ ਹੋ ਜਾਂਦੇ, ਸਾਨੂੰ ਲੱਗਦਾ ਕਿ ਹੁਣ ਕੱਪੜੇ ਪਾਉਣ ਦੀ ਲੋੜ ਅੰਦਰ ਵੀ ਨਹੀਂ ਹੈਗੀ ਤੇ ਅਸੀਂ 72 ਤੇ ਰੱਖ ਲਈਏ ਜਾਂ 74 ਤੇ ਰੱਖ ਲਈਏ। ਲੋਕ 80 ਤੱਕ ਰੱਖਦੇ ਵੀ ਸੁਣੇ ਗਏ ਨੇ, which is crazy। ਅਪਾਰਟਮੈਂਟਸ ਸਾਰੇ ਬਜ਼ੁਰਗ ਜਿਹੜੇ ਰਹਿੰਦੇ ਨੇ, they want it very high heat and that's a trouble। ਹਾਂ, ਪਰ ਉਹ ਚੀਜ਼ ਜਿਹੜੀ ਹੈ ਤੁਹਾਨੂੰ ਡਾਕਟਰ ਸਾਹਿਬ ਦੇ ਮੁਤਾਬਕ ਤੁਹਾਡਾ ਨੱਕ ਗਲਾ ਸਭ ਸੁਕਾ ਦੇਣਾ, ਅੰਦਰੋਂ ਮਿਊਕਸ ਸੁਕਾ ਦੇਣਾ, ਤੁਹਾਨੂੰ ਡਰਾਈ ਕਰ ਦੇਣਾ, ਤੇ ਮੁੜ ਕੇ ਉਹਦਾ ਨਤੀਜਾ ਇਹ ਹੈ ਕਿ ਤੁਸੀਂ ਅਲਰਜੀਆਂ ਦਾ ਰਾਹ ਖੋਲ੍ਹ ਲੈਂਦੇ ਹੋ। ਤੁਹਾਡੀ ਬੋਡੀ ਦੀ ਇਮਿਊਨਿਟੀ ਜਿਹੜੇ ਨੈਚੁਰਲ ਪੌਜ਼ਸ ਬਣੇ ਹੋਏ ਨੇ ਗੰਦ ਨੂੰ ਸਰੀਰ 'ਚ ਆਉਣ ਤੋਂ ਰੋਕਣ ਵਾਸਤੇ ਵੈਰੀ ਇੰਪੋਰਟੈਂਟ, ਕਿਉਂਕਿ ਤੁਹਾਡੇ ਜਿਹੜੇ ਨੋਜ਼ ਦੇ ਅੰਦਰ ਮਿਊਕੋਸਿਲਰੀ ਕਲੀਅਰੈਂਸ ਐਂਡ ਨੇਜ਼ਲ ਵਿਬਰੀ ਹੈ, ਦਾ ਵੇ ਦ ਨੋਜ਼ ਡਿਵਾਈਡਸ ਇਨਟੂ ਦੈਟ ਐਂਡ ਦੈਨ ਤੁਹਾਡੇ ਬਿਲਕੁਲ ਵੋਕਲ ਕਾਰਡ ਦੇ ਕੋਲ ਜਾ ਕੇ ਮਿਊਕੋਸਿਲਰੀ ਕਲੀਅਰੈਂਸ ਹੈ ਥੱਲੇ, ਫਿਰ ਉੱਥੇ mucinous secretions ne, all these things get dried up and then there's no protective। ਤੁਹਾਨੂੰ ਡੇਲੀ ਆਪਣੀ ਆਵਾਜ਼ 'ਚ ਫਰਕ ਹੀ ਪਤਾ ਦੱਸ ਦਿੰਦਾ ਹੈ। your hoarse every third day because you're stuffy, ਤੁਹਾਡੀ ਆਵਾਜ਼ ਹੋਰਸ ਹੁੰਦੀ, ਉਹਦੇ ਵਾਸਤੇ ਬ੍ਰੌਂਕਾਈਟਿਸ ਸ਼ੁਰੂ ਹੋ ਜਾਂਦਾ। ਹਾਂ, ਆਲਰਾਈਟ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੇ ਅਸੀਂ ਘਰ 'ਚ ਹੀਟ ਚਲਾ ਰਹੇ, ਜੇ ਨਹੀਂ ਚਲਾ ਹੀ ਰਹੇ ਹਾਂ, ਅਸੀਂ ਹਮੇਸ਼ਾ ਚਲਾ ਰਹੇ ਹਾਂ, ਤਾਂ ਪਹਿਲੀ ਗੱਲ ਕਿ ਥੋੜ੍ਹਾ ਬਹੁਤ ਸਰਕੂਲੇਸ਼ਨ ਦਾ ਇੰਤਜ਼ਾਮ ਰੱਖੀਏ, ਥੋੜ੍ਹੀ ਜਿਹੀ ਚੀਜ਼ ਖੋਲ੍ਹ ਲੈਣੀ ਚੰਗੀ ਹੈ ਖਿੜਕੀ ਦੀ ਕਦੇ ਕਦੇ, ਤਾਂ ਕਿ ਹਵਾ ਸਰਕੂਲੇਟ ਹੋ ਜਾਏ। ਪਰ ਦੂਜੇ ਪਾਸੇ ਹਿਊਮਿਡੀਫਾਇਰ ਰੱਖਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇਹ ਲੱਗਦਾ ਹੈ ਕਿ ਫੈਸਿਲਿਟੀ ਮਿਲੀ ਹੋਈ ਹੈ, ਘਰ ਬਿਲਕੁਲ ਸਿਕਿਉਰ ਹੈ, ਬੰਦ ਹੈ, ਅਤੇ ਅੰਦਰ ਨਜ਼ਾਰਾ ਆ ਰਿਹਾ, ਪਰ ਉਸੇ ਵੇਲੇ ਜਿਹੜੇ ਸਾਡੀ ਬੋਡੀ ਜੋ ਸ਼ੈਡ ਕਰ ਰਹੀ ਹੈ ਸੈਲਜ਼ ਨੂੰ, ਉਹ ਸਾਡੇ ਕਾਰਪੇਟ ਦੇ ਉੱਤੇ ਇਕੱਠੇ ਹੋ ਰਹੇ ਨੇ, ਅਤੇ ਜੇ ਅਸੀਂ ਵੈਕਿਊਮ ਰੈਗੂਲਰ ਨਹੀਂ ਕਰ ਰਹੇ ਤਾਂ ਉਹ ਵੀ ਅਸੀਂ ਆਪਣੇ ਸਾਹ 'ਚ ਵਾਪਸ ਲਿਆ ਰਹੇ। ਐਂਡ ਵੈਨਐਵਰ ਯੂ ਵੈਕਿਊਮ ਯੂ ਮੇਕ ਸ਼ੋਰ ਯੂ ਯੂਜ਼ ਅ ਮਾਸਕ। ਉਹ ਬੜਾ ਜ਼ਰੂਰੀ ਹੈ, ਕਿਉਂਕਿ ਜਦੋਂ ਆਪਾਂ ਵੈਕਿਊਮ ਕਰਦੇ ਹਾਂ ਉਹ ਵੀ ਸਪਰੈਡ ਇਟ, ਜਿਹੜੀ ਚੀਜ਼ ਬੈਠੀ ਉੱਡਦੀ ਹੈ। ਓਕੇ, ਤੇ ਵੈਕਿਊਮ ਦੀ ਕਲੀਨਿੰਗ ਵਾਸਤੇ ਜਿਹੜੇ ਸਪਰੇਜ਼ ਜਾਂ ਪਾਊਡਰਸ ਮਿਲਦੇ ਨੇ ਉਹ ਹੈਲਪ ਕਰਦੇ ਨੇ? ਸਮ ਆਫ them, but if a person has bad asthma, which is he could be allergic to one of the okay so ਉੱਥੇ ਵੀ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। Yes, and lot of these sprays should be hypoallergenic, you should be careful what you are using। ਓਕੇ, ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਦੇ ਹਾਂ। ਮੌਸਮ ਦੇ ਹਾਲਾਤ ਦੇ ਨਾਲ ਜੋ ਤੁਹਾਨੂੰ ਐਕਸ਼ਨ ਲੈਣਾ ਚਾਹੀਦਾ ਉਹਦੇ ਬਾਰੇ ਗੱਲਬਾਤ ਹੋ ਰਹੀ ਹੈ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫਿਰ ਜਾਰੀ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਮੌਜੂਦਾ ਹਾਲਾਤ, ਮੌਸਮ ਅਤੇ ਉਹਦੇ ਨਾਲ ਪੈਦਾ ਹੋ ਸਕਣ ਵਾਲੀ ਬਿਮਾਰੀ ਦੀ। ਹੁਣ ਇਹ ਹੈ ਕਿ ਉਸ ਬਿਮਾਰੀ ਦੇ ਸਿੰਪਟਮਸ ਕੀ ਨੇ ਅਤੇ ਉਹਦਾ ਇਲਾਜ ਕਿੱਦਾਂ ਕਰੀਏ। ਡਾਕਟਰ ਸਾਹਿਬ, ਤੁਸੀਂ ਕੁਛ ਚੀਜ਼ਾਂ ਤਾਂ ਦੱਸੀਆਂ, ਡਰਾਈ ਹੋ ਜਾਣਾ ਗਲਾ, ਪਰ ਇਹਦੇ ਇਲਾਵਾ ਹੋਰ ਵੀ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਬੜਾ ਜ਼ਰੂਰੀ, ਕਿਉਂਕਿ ਇਨਫਲੂਐਂਜ਼ਾ ਐਜ਼ ਆਈ ਸੈਡ ਇਜ਼ ਵਨ ਆਫ ਦਾ ਵੈਰੀ ਕਾਮਨ ਰੈਸਪੀਰੇਟਰੀ ਡਿਜ਼ੀਜ਼ਸ। ਇਨਫਲੂਐਂਜ਼ਾ ਐਂਡ ਦੂਜਾ ਉਹਨੂੰ ਅੱਜ ਕੱਲ੍ਹ ਵੀ ਯੂਜ਼ ਅ ਟਰਮ ਕਾਲ ਇਨਫਲੂਐਂਜ਼ਾ ਲਾਈਕ ਇਲਨੈਸ। Okay, it means the person ਜੇ ਤੁਸੀਂ ਉਹਨਾਂ ਨੂੰ ਟੈਸਟ ਕਰੋ, ਜੇ ਫਲੂ ਪੋਜ਼ਿਟਿਵ ਨਹੀਂ ਆਇਆ, they have influenza like, we call it, there's a test called RVP, ਉਹਦੇ ਵਿੱਚੋਂ ਪੋਜ਼ਿਟਿਵ ਆਉਂਦਾ, ਫਿਰ ਕਰੋਨਾ ਵਾਇਰਸ ਹੈ, ਰੈਸਪੀਰੇਟਰੀ ਸਿੰਸੀਟਰ ਵਾਇਰਸ। ਸੋ these are the viruses other than influenza viruses। Okay, so common ਚੀਜ਼ ਹੈ ਕਿ influenza is common, it come with high fever,
severe body aches, stuffy nose, sore throat and everything. Okay. शरीर टुटना, बहुत तेज बुखार होना, बहुत तेज बुखार एंड नक बंद हो जाना, एनर्जी लेवल बिल्कुल एडजस्ट, सो ड्रॉप हो जाना, ब्लॉकेज नोज, रनिंग नोज, ਇਹ ਚੀਜ਼ਾਂ ਜੁੜੀ ਹੈ ਕੈਨ ਲਾਸਟ 3 to 5 days। ਫਿਰ ਇਹਦੇ ਵਾਸਤੇ ਘਰੋਂ ਟਾਈਲਨੋਲ ਖਾ ਕੇ ਨਾ ਗੁਜ਼ਾਰਾ ਕਰੋ। ਹਾਂ, ਆਈਡਲੀ ਜੇ ਕਿ ਤੁਹਾਨੂੰ ਅੰਡਰਲਾਈਂਗ ਡਿਜ਼ੀਜ਼ ਹੈ, ਯੂ ਸ਼ੁੱਡ ਗੋ ਟੂ ਡਾਕਟਰ ਇਨ ਫਸਟ 2 days ਬਿਕਾਜ਼ ਅੱਜ 3 ਜਾਂ 4 ਦਵਾਈਆਂ ਜਿਹੜੀਆਂ ਅਵੇਲੇਬਲ ਨੇ ਉਹ ਜੇ ਤੁਸੀਂ ਫਸਟ 2 days ਚ ਲੈ ਲਓ ਤੇ ਤੁਹਾਡੀ ਡਿਜ਼ੀਜ਼ ਦੀ ਇੰਟੈਂਸਿਟੀ ਘਟ ਜਾਂਦੀ ਹੈ। So instead of being sick for 5 days, you get sick for 1 or 2 days less. Okay, ਪੰਜਾਬੀਆਂ ਦੀ ਸਪੈਸ਼ਲਟੀ ਹੈ ਸੈਲਫ ਮੈਡੀਕੇਸ਼ਨ। ਆਪਾਂ ਡਾਲਰ ਸਟੋਰ ਤੋਂ ਜਾ ਕੇ ਐਂਟੀਬਾਇਓਟਿਕ ਖਰੀਦ ਕੇ ਆਪ ਖਾ ਲੈਂਦੇ ਆ। Ideally no antibiotic should be given. Antiviral 4 ਦਵਾਈਆਂ ਨੇ ਜਿਹੜੀ ਸਭ ਤੋਂ ਜ਼ਿਆਦਾ ਆਪਾਂ ਯੂਜ਼ ਕਰਦੇ ਆ, ਦੋ ਜਿਹੜੀਆਂ ਕਹਿੰਦੇ ਟੈਮੀਫਲੂ ਔਰ ਸੈਲਟਾਮਾਵੀਰ, ਦੂਜੀ ਹੈ ਜਨਾਮਾਵੀਰ। ਜਨਾਮਾਵੀਰ you can take it by spray, but oseltamivir, which is generic available, you take 1 capsule twice a day, and it should be given to anybody 6 months or above. ਸੋ ਜੇ ਤੇਜ਼ ਬੁਖਾਰ ਹੈ, ਨੱਕ ਬੰਦ ਹੈ ਔਰ ਸਰੀਰ ਟੁੱਟ ਰਿਹਾ ਆ ਤਾਂ ਘਰੇ ਇਲਾਜ ਨਾ ਕਰੋ। ਇਹ ਗੱਲ ਬਹੁਤ ਸਟ੍ਰੈਸ ਨਾਲ ਡਾਕਟਰ ਸਾਹਿਬ ਕਹਿ ਰਹੇ ਨੇ। ਕੋਈ ਜ਼ਿਆਦਾ ਮਹਿੰਗਾ ਨਹੀਂ ਪੈਂਦਾ ਡਾਕਟਰ ਦੇ ਕੋਲ, ਪਹਿਲਾਂ ਚਲੇ ਜਾਣਾ ਬਜਾਏ ਦੇ ਕਿ ਬਾਅਦ ਦੇ ਵਿੱਚ ਵੱਡੀ ਬਿਮਾਰੀ ਲੈ ਕੇ ਜਾਓ। ਔਰ ਪਲੱਸ ਕਿਉਂਕਿ ਜੇ ਤੁਸੀਂ 2-3 ਦਿਨ ਬਾਅਦ ਜਾਂਦੇ ਹੋ ਤੇ ਦੈਨ ਦੇयर इज नो ਟ੍ਰੀਟਮੈਂਟ। ਉਦੋਂ ਉਹੀ ਤੁਹਾਡੀ ਐਡਵਿਲ ਟਾਈਲਨੋਲ ਕੰਮ ਆਉਂਦੀ ਹੈ, ਡੀਕੰਜੈਸਟੈਂਟ ਕੰਮ ਆਉਂਦਾ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪ੍ਰੀਵੈਂਸ਼ਨ। ਮੈਕਸਿਮਮ ਪੀਪਲ ਸ਼ੁੱਡ ਗੈਟ ਫਲੂ ਸ਼ਾਟ। ਓਕੇ, ਮੋਸਟ ਆਫ ਦਾ ਫ੍ਰੀ। 6 months or above everybody should get it. 6 months to below there's no data available, but 6 months above everybody should get flu shot। 6 ਮਹੀਨੇ ਦੀ ਉਮਰ ਤੋਂ ਬਾਅਦ ਦੇ ਸਾਰੇ ਲੋਕਾਂ ਲਈ, especially 18 to 65 if you have underlying asthma, chronic kidney disease, heart disease, diabetes, cancer of any kind, you're on chemotherapeutic agent, you're on prednisone, injury, if a person is pregnant or going to be pregnant, these people must take flu shot। ਕਿਹੜੇ flu shot ਹੈ? they're told every year ਕਿ ਜਿਹੜਾ H1N1 ਜਾਂ H3N2 type ਦਾ flu shot ਹੈ, and this year is good. Most of the people should get that shot. Less than 2 years they have a special low dose for the kids. Okay, so above 64 65 they have a high quadrivalent high dose. Between that age to 65 you can get a regular shot, regular strength. Between 2 years and less than 49 or एक nasal spray available है। Okay, that is the only one thing if you have underlying कोई immunocompromised disease तद नहीं लेना चाहिए। Okay, because that's the only live virus। Okay, बाकी is inactivated। ਸੋ ਜਿਹੜੇ ਲੋਕ ਪਹਿਲਾਂ ਬਿਮਾਰੀ ਦੇ ਸ਼ਿਕਾਰ ਨੇ ਔਰ ਇਲਾਜ ਕਰਾ ਰਹੇ ਨੇ ਲੰਬੀ ਬਿਮਾਰੀ ਦੇ, ਉਹ ਆਪਣੀ ਮਰਜ਼ੀ ਨਾਲ ਫਲੂ ਸ਼ਾਟ ਲਵਾਉਣ ਚਲੇ ਜਾਣ ਜਾਂ ਡਾਕਟਰ ਦੇ ਕੋਲ ਪਹਿਲਾਂ ਜਾਣਾ ਆਪਣੇ? they must go and get it। ਅੱਜ ਕੱਲ ਗਵਰਨਮੈਂਟ ਨੇ ਇੱਥੇ ਵੀ ਕਰਦੇ ਕਿ you can go to any pharmacy and you can get it free। You can go to any senior citizen, you can get free। Part of API we have done it for ਮੰਦਿਰ ਜਾਂ ਗੁਰਦੁਆਰੇ ਜਾ ਕੇ 100 ਬੰਦਿਆਂ ਨੂੰ free। So I think wherever you can get it, it's most of the time it's free and it's covered by most of the insurances। ਜੇ ਜ਼ਿਆਦਾ ਵੀ ਤੇ $10-12 ਦੇ ਵਿੱਚ ਲੱਗਦਾ ਆ, it's not too expensive। $25 ਇੱਥੇ। So I think that is very very important ਕਿ ਹਰ ਬੰਦੇ ਨੂੰ ਸ਼ਾਟ ਲੈਣਾ ਚਾਹੀਦਾ। ਜਦੋਂ ਤੁਸੀਂ ਬਿਮਾਰ ਹੁੰਦੇ ਹੋ you should try to go to doctor within 2 days ਕਿਉਂਕਿ ਉਹਦੇ ਨਾਲ ਤੁਹਾਡੀ illness ਦੀ duration ਘਟ ਜਾਏਗੀ। Okay, ਦੂਸਰਾ ਜਿਹੜੀਆਂ serious complications like pneumonia ਉਹ ਘਟ ਜਾਂਦੀਆਂ। So that's why early treatment is much better। ਜੇ ਤੁਸੀਂ ਲੰਬਾ ਟਾਈਮ ਬਿਮਾਰ ਹੋ ਤਾਂ ਤੁਸੀਂ ਆਪਣੇ ਸਰੀਰ ਨੂੰ ਹੋਰ ਜ਼ਿਆਦਾ ਉਸ ਨਿਸ਼ਾਨੇ ਤੇ ਲਿਆ ਰਹੇ ਹੋ, ਟਾਰਗੇਟ ਬਣਾ ਰਹੇ ਹੋ ਬਿਮਾਰੀ ਦਾ। ਤੇ ਜੇ ਤੁਸੀਂ ਪਹਿਲਾਂ ਤੋਂ ਕਿਸੇ ਬਿਮਾਰੀ ਦੇ ਇਲਾਜ ਦੇ ਵਿੱਚ ਹੈਗੇ ਹੋ, ਜਿੱਦਾਂ ਇਮਿਊਨੋ ਕੰਪਰੋਮਾਈਜ਼ਡ ਡਿਜ਼ੀਜ਼ ਜਿਹੜੀ ਹੈਗੀ ਉਹ ਕਹਿ ਰਹੇ ਆ, ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਦੇ ਉਹਦੇ ਵਿੱਚ ਉੱਤੋਂ ਤੁਹਾਨੂੰ ਫਲੂ ਹੋ ਜਾਂਦਾ ਆ, you get much more complications and sad part is chances of dying are very high। Last year almost 10,000 people dying is a big number। you know in America that's huge number dying। ਇਸ ਮੁਲਕ 'ਚ ਇੰਨੀਆਂ ਫੈਸਿਲਿਟੀਜ਼ ਹੋਣ ਦੇ ਬਾਵਜੂਦ। That's right, and sadly this year already about 4 kids have died। So in the pediatric age group you should be very very aggressive। A person who is taking aspirin for anything, they should be careful taking live flu vaccine because they can get a syndrome called Reye syndrome। Otherwise, or a person who has egg allergy should not get it। Okay, ਇੱਕ ਹੋਰ ਨੋਸ਼ਨ ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਉਹ ਕਹਿੰਦੇ ਮੈਂ ਡਾਕਟਰ ਸਾਹਿਬ ਕੋਲ ਗਿਆ ਸੀ, ਡਾਕਟਰ ਮੇਰੇ ਕੋਲ ਮੈਂ ਫਲੂ ਇੰਜੈਕਸ਼ਨ ਲਗਾ, ਮੈਂ ਬਿਮਾਰ ਹੋ ਗਿਆ ਅਗਲੇ ਦਿਨ। ਸੋ ਦੈਟ ਇਜ਼ ਅ ਰੋਂਗ ਨੋਸ਼ਨ ਬਿਕਾਜ਼ ਫਲੂ ਸ਼ਾਟ ਇਜ਼ ਐਨ ਇਨਐਕਟੀਵੇਟਿਡ ਵੈਕਸੀਨ, ਇਟ ਡਜ਼ ਨਾਟ ਪ੍ਰੋਡਿਊਸ ਡਿਜ਼ੀਜ਼। ਇੱਕੋ ਹੀ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਮੈਂ ਜਾਂ ਕੋਈ ਡਾਕਟਰ ਤੁਹਾਨੂੰ ਇੰਜੈਕਸ਼ਨ ਦਿੰਦਾ, ਇਟ ਟੇਕਸ 2 weeks ਬਿਫੋਰ ਇਟ ਮੇਕਸ ਇਟ ਐਕਟੀਵੇਟ ਹੋ ਜਾਂਦਾ ਹੈ। ਸੋ ਜੇ ਤੁਹਾਨੂੰ 2 week 'ਚ ਫਲੂ ਹੋ ਗਿਆ ਤੇ ਇਟਸ ਨਾਟ ਬਿਕਾਜ਼ ਆਫ ਦ ਇੰਜੈਕਸ਼ਨ।
ਤੁਹਾਨੂੰ ਹੋਣਾ ਹੀ ਸੀਗਾ ਕਿ ਸ਼ਾਇਦ ਤੁਸੀਂ ਇੰਜੈਕਸ਼ਨ ਲਾਉਂਦੇ ਲੇਟ ਸੀਗੇ। ਸੋ ਉਹ ਚੀਜ਼ ਹੈ ਕਿ ਜੇ ਤੁਹਾਨੂੰ ਫਲੂ ਸ਼ਾਟ ਕਮਿਊਨਿਟੀ ਜੇ ਤੁਹਾਡੇ ਲੈਸ ਆਫਿਸ 4 ਬੰਦੇ ਬਿਮਾਰ ਨੇ, ਸੋ ਰਿਕਮੈਂਡੇਸ਼ਨ ਹੈ ਕਿ ਹਰ ਬੰਦੇ ਨੂੰ ਫਲੂ ਸ਼ਾਟ ਲਗਾਇਆ ਜਾਏ, ਪਲੱਸ for 2 weeks they should be given Tamiflu or something and observe ਵੀ ਕੀਤਾ ਜਾਏ। yes sorry ਸੋ 2 ਹਫ਼ਤੇ ਇੰਜੈਕਸ਼ਨ ਲੱਗਣ ਦੇ 2 ਹਫ਼ਤੇ ਦੇ ਅੰਦਰ ਵੀ ਚਾਂਸਸ ਹੈਗੇ ਕਿ ਤੁਸੀਂ ਸ਼ਾਇਦ ਬਿਮਾਰ ਹੋ ਜਾਓ, ਪਰ ਉਹਦੇ ਵਿੱਚ ਟੈਨਸ਼ਨ ਲੈਣ ਨਾਲੋਂ ਜ਼ਿਆਦਾ ਗੱਲ ਕੇਅਰ ਕਰਨ ਦੀ ਤੇ ਆਬਜ਼ਰਵ ਕਰਨ ਦੀ ਹੈ, ਨਜ਼ਰ ਰਵੇ। ਐਂਡ ਵੀ ਸ਼ੁੱਡ ਨਾਟ ਬਲੇਮ ਕਿ ਫਲੂ ਸ਼ਾਟ ਨੇ ਕੀਤਾ ਮੈਨੂੰ ਬਿਮਾਰ, ਇਹੋ ਹੀ ਸੀਗਾ ਕਿ ਉਹਦੇ 2 ਵੀਕ ਲੱਗਣੇ ਸੀ ਅਸਰ ਕਰਨ ਨੂੰ। ਇੱਕ ਹਾਲਾਂਕਿ ਇਹ ਸਿਚੁਏਸ਼ਨ ਪੋਲੀਟੀਕਲ ਹੈ, ਬਟ ਸਟਿਲ ਵੀ ਨੀਡ ਟੂ ਅੰਡਰਸਟੈਂਡ ਦਿਸ, ਇੱਕ ਬਹੁਤ ਵੱਡਾ ਕੈਂਪੇਨ ਐਂਟੀ ਵੈਕਸੀਨ ਹੈ। Very sad. Educated people doing it. ਤੁਸੀਂ ਦੇਖਿਆ ਕਿ ਹੁਣ ਜਿਹੜੇ ਆਰਥੋਡਾਕਸ ਜੂਇਸ਼ ਕਮਿਊਨਿਟੀ ਨੇ ਕੀ ਕੀਤਾ ਅਪਸਟੇਟ ਵਿੱਚ, ਆਲਮੋਸਟ 600 ਤੋਂ ਜ਼ਿਆਦਾ ਬੰਦਿਆਂ ਨੂੰ ਮੀਜ਼ਲਸ। This is, I think, lack of education or maybe too much religious freedom. Fanaticism, and that sadly is putting other kids at risk. I think क्योंकि वो डिजीज स्प्रेड कर रहे हैं, they are spreading a disease which should not be happening. So but I think that is education is needed in those groups. I think government should send people and not, पर ਉੱਥੇ ਮੈਨੂੰ ਲੱਗਦਾ ਕੱਲੀ ਐਜੂਕੇਸ਼ਨ ਨਹੀਂ, ਉਹ ਕੰਪਲਸ਼ਨ ਵਾਲਾ ਸਿਚੁਏਸ਼ਨ ਹੋ ਸਕਦੀ ਹੈ। You have to do it ਕਿਉਂਕਿ ਉਹਨਾਂ ਨੇ ਕਹਿਤਾ ਕਿ ਜਿਹੜੇ ਬੱਚਿਆਂ ਨੂੰ ਮੀਜ਼ਲ ਲੱਗਾ you don't bring them to school. So these ਬੜਾ ਜ਼ਰੂਰੀ। I think vaccination is very very safe, whether it's a young age, pediatric or adult. It is required, it should be done. ਬਹੁਤ ਲੋਕ ਹੈਗੇ ਨੇ ਇਸ ਮੁਲਕ ਦੇ ਵਿੱਚ ਵੀ ਜਿਹੜੇ ਕਹਿੰਦੇ ਕਿ ਰੱਬ ਆਪੇ ਠੀਕ ਕਰ ਦੂ ਸਾਨੂੰ, ਡਾਕਟਰ ਤੇ ਐਵੇਂ ਮਰੀ ਜਾਂਦੇ ਵੈਕਸੀਨ ਜ਼ਬਰਦਸਤੀ ਦੇ ਕੇ, ਔਰ ਸਾਨੂੰ ਕਰਪਟ ਕਰ ਰਹੇ ਨੇ ਮੋਰਲੀ ਫਿਜ਼ੀਕਲੀ। ਉਹ ਲੋਕ ਜਿਹੜੇ ਨੇ ਉਹ ਫਿਲਹਾਲ ਨਵੀਆਂ ਬਿਮਾਰੀਆਂ ਫੈਲਣ ਦਾ ਕਾਰਨ ਬਣ ਰਹੇ ਨੇ, ਔਰ ਇਹ ਪੋਲੀਟੀਕਲ ਸਟੈਂਡ ਨਹੀਂ ਹੈ, ਇਹ ਐਕਚੁਅਲੀ ਮੈਡੀਕਲ ਸਟੈਂਡ ਹੈ ਜਿਹੜਾ ਲੈਣਾ ਜ਼ਰੂਰੀ ਹੈ। ਪਰ ਕਿਉਂਕਿ ਆਜ਼ਾਦੀ ਹੈ ਤੁਹਾਡੀ ਆਪਣੇ ਬਿਲੀਫ ਦੀ ਔਰ ਸਪੀਚ ਦੀ, ਤਾਂ ਉਹਦੇ ਕਰਕੇ ਤੁਹਾਨੂੰ ਰੋਕਣਾ ਮੁਸ਼ਕਿਲ ਹੈ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਘੱਟੋ ਘੱਟ ਸਲਾਹ ਦੇ ਸਕਦੇ ਹਾਂ ਕਿ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਬੱਚੇ ਕਿਸੇ ਐਸੇ ਹੋਰ ਬੱਚੇ ਦੇ ਇਨ ਟੱਚ ਹੈਗੇ ਆ ਜਿਹਦੇ ਮਾਂ-ਬਾਪ ਨੇ ਵੈਕਸੀਨੇਸ਼ਨ ਨਹੀਂ ਕਰਾਈ, ਤਾਂ ਤੁਹਾਨੂੰ ਆਪਣੇ ਬੱਚਿਆਂ ਦੀ ਕੇਅਰ ਜ਼ਿਆਦਾ ਕਰਨੀ ਪੈਣੀ ਹੈ। ਬੜਾ ਜ਼ਰੂਰੀ ਹੈ ਕਿ flu shot is very important, and I think ਕਿਉਂਕਿ ਮੈਂ ਜਦੋਂ I came to this country almost 35 years ago, we're reaching that once you are 60 or above, you should get pneumonia shot. One thing which I have become more comfortable recommending is shingle shot. Because I have seen so much pain in people when they get the shingles or against herpes zoster, or it is very painful disease in few people, and the pain can linger on for 2-3 saal. So that is one way of recommending everybody should get flu shot. Elderly people should get pneumonia shot. 60 or above they should, or 50 or above now should get shingle shot, 2 injection to prevent herpes zoster. So that is really really important. Baki adult vaccination, tetanus ਦਾ ਇੰਜੈਕਸ਼ਨ ਹੈ ਕਿਉਂਕਿ we are prone to falls as we growing older, ਤੇ ਸੱਟਾਂ ਲੱਗਣ ਨਾਲ ਹਰ 10 ਸਾਲ tetanus ਦਾ ਸ਼ਾਟ ਲਗਵਾਉਣਾ ਚਾਹੀਦਾ। I'm not going in pediatrics with measles, MMR or DPT वगैरह, which are very important, yes, but I think adult vaccination is also important. हाँ, सो ਜਿਹੜੀ ਗੱਲ ਡਾਕਟਰ ਸਾਹਿਬ ਨੇ ਕਹੀ ਉਹਦੇ 'ਚ ਮੈਂ ਇੱਕ ਵਾਰ ਫਿਰ ਚੇਤਾ ਕਰਾਂਦਾ ਸੀ, ਲਗਾਤਾਰ ਬੱਚਿਆਂ ਦੀ ਗੱਲ ਤੇ ਕਰਦੇ ਆਏ ਹਾਂ, ਬਜ਼ੁਰਗਾਂ ਦੀ ਕੇਅਰ ਵੀ ਬਹੁਤ ਜ਼ਰੂਰੀ ਹੈ। ਅਸੀਂ ਕਹਿ ਦਿੰਦੇ ਹਾਂ ਵੀ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ ਬੜੇ ਤਗੜੇ ਨੇ, ਪਰ ਜਿੰਨੀਆਂ ਅਲਰਜੀਜ਼ ਹੈਗੀਆਂ ਨੇ ਜਾਂ ਜਿਹੜੀਆਂ ਸਿਚੁਏਸ਼ਨਸ ਬਿਲਡ ਹੁੰਦੀਆਂ ਨੇ, ਪੁਰਾਣੀਆਂ ਖੁਰਾਕਾਂ ਉਹਨਾਂ ਨੂੰ ਤੁਰਨ ਫਿਰਨ 'ਚ ਮਦਦ ਕਰਾ ਸਕਦੀਆਂ ਨੇ, ਪਰ ਮਾੜੀ ਸਿਚੁਏਸ਼ਨ 'ਚ ਪਹੁੰਚਣ ਲੱਗਿਆਂ ਉਹਨੂੰ ਪ੍ਰੀਕਾਸ਼ਨ ਬੈਟਰ ਹੈ, ਪਰਹੇਜ਼ ਬੈਟਰ ਹੈ। ਅਸੀਂ ਪਹਿਲਾਂ ਸ਼ਾਟਸ ਜ਼ਰੂਰ ਲਵਾ ਦਈਏ, ਇਕੱਲੇ ਫਲੂ ਦੇ ਨਹੀਂ, ਡਾਕਟਰ ਸਾਹਿਬ ਨੇ ਟੈਟਨਸ ਦੇ ਵੀ ਦੱਸੇ ਨੇ, ਹੋਰ ਸਾਰੀਆਂ ਸਿਚੁਏਸ਼ਨਸ ਦੇ ਵੀ ਦੱਸੇ ਨੇ। ਸੋ ਅਸੀਂ ਬਾਰ-ਬਾਰ ਤੁਹਾਨੂੰ ਇਹੀ ਚੇਤਾ ਕਰਾ ਸਕਦੇ ਹਾਂ ਕਿ ਰੈਗੂਲਰ ਮੈਡੀਕਲ ਚੈੱਕਅਪ, ਔਰ ਅੱਜ ਦੇ ਮੌਸਮ ਦੇ ਹਿਸਾਬ ਨਾਲ ਦੇਖਦੇ ਹਾਂ ਫਲੂ ਸ਼ਾਟ ਸਾਰੇ ਜ਼ਰੂਰ ਲਵਾਓ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਟਾਈਮਲੀ ਐਡਵਾਈਸ ਦੇਣ ਆਏ ਹੋ ਇਸ ਮੌਸਮ ਦੇ ਹਿਸਾਬ ਨਾਲ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ। ਨਵਾਂ ਸਾਲ ਮੁਬਾਰਕ ਸਭ ਨੂੰ। ਬਹੁਤ ਬਹੁਤ ਮੁਬਾਰਕ ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ, ਔਰ ਧਿਆਨ ਰੱਖਣਾ ਆਪਣਾ ਸਾਰੇ। ਧੰਨਵਾਦ।